So, dear friends, Dr. B.S. Atwal, official spokesman, PLC, Punjab Law Congress. Once again, I'm here with you for another module. This will rather be a supplement to my previous module on water issues, how much serious all governments were, all politicians were, and how much serious the politicians are there today. So, I'll continue. मैं ਉਹ ਪੁਰਾਣੀ ਗੱਲ ਤੋਂ ਫਿਰ ਤੋਂ ਤੁਹਾਡੇ ਨਾਲ ਅੱਗੇ ਤੁਰਾਂਗਾ ਕਿਉਂਕਿ ਪੰਜਾਬ ਜਿਹੜਾ ਹੈ ਇਹਦੇ ਨਾਮ 'ਚ ਵੀ ਪਾਣੀ ਹੈ, ਪੰਜ ਆਬ, ਪੰਜ ਦਰਿਆਵਾਂ ਦੀ ਧਰਤੀ। ਲੇਕਿਨ 1947 ਦੇ ਵਿੱਚ ਜਦੋਂ ਪਾਰਟੀਸ਼ਨ ਹੋਇਆ ਹੈ ਉਦੋਂ ਸਾਡੇ ਕੋਲੋਂ ਦੋ ਆਬ ਜਿਹੜੇ ਨੇ, ਦੋ ਦਰਿਆ ਜਿਹੜੇ ਨੇ ਉਹ ਪਾਕਿਸਤਾਨ ਨੂੰ ਦੇ ਦਿੱਤੇ ਗਏ ਆ। ਇੰਟਰਨੈਸ਼ਨਲ ਵਾਟਰ ਟਰੀਟੀ, ਇੰਡਸ ਵਾਟਰ ਦੀ ਇੰਟਰਨੈਸ਼ਨਲ ਵਾਟਰ ਟਰੀਟੀ ਦੇ ਅੰਡਰ, ਅਤੇ ਸਾਡੇ ਕੋਲ ਸਿਰਫ ਤਿੰਨ ਦਰਿਆ ਰਹਿ ਗਏ ਨੇ, ਸਤਲੁਜ, ਰਾਵੀ ਅਤੇ ਬਿਆਸ। ਇਹ ਦਰਿਆ ਜਿਹੜੇ ਹੈਗੇ ਨੇ ਪਹਾੜਾਂ 'ਚੋਂ ਨਿਕਲ ਕੇ ਪੰਜਾਬ ਦੇ ਵਿੱਚ ਹੁੰਦੇ ਹੋਏ ਇੰਡਸ ਵਾਟਰ ਬਣ ਜਾਂਦੇ ਹੈ, ਸਮੁੰਦਰਾਂ 'ਚ ਡਿੱਗ ਜਾਂਦੇ ਹੈ। ਇਹ ਦਰਿਆ ਕਦੇ ਵੀ ਹੋਰ ਕਿਸੇ ਸੂਬੇ ਨੂੰ ਟੱਚ ਨਹੀਂ ਕਰਦੇ ਹਨ, ਨਾ ਰਾਜਸਥਾਨ ਨੂੰ, ਨਾ ਹਰਿਆਣੇ ਨੂੰ, ਨਾ ਦਿੱਲੀ ਨੂੰ। ਪਰ ਪੰਜਾਬ ਦੀ ਤਰਾਸਦੀ ਇਹ ਰਹੀ ਹੈ ਕਿ ਇਹ ਤਿੰਨਾਂ ਦਰਿਆਵਾਂ ਦਾ ਪਾਣੀ ਜਿਹੜਾ ਹੈ ਨਹਿਰਾਂ ਬਣਾ ਕੇ ਅਤੇ ਇਸ ਦੀ ਜਿਹੜੀ ਬਾਈ ਪ੍ਰੋਡਕਟ ਹਾਈਡਰੋ ਇਲੈਕਟ੍ਰਿਕ ਪਾਵਰ ਹੈ, ਹਾਈਡਲ ਪਾਵਰ ਹੈ, ਉਹ ਪੰਜਾਬ ਦੇ ਨਾਲੋਂ, ਪੰਜਾਬ ਕੋਲੋਂ ਲੈ ਕੇ ਸਾਡੇ ਪੋਲੀਟੀਸ਼ੀਅਨਸ ਨੇ ਦੂਜਿਆਂ ਸੂਬਿਆਂ ਤੱਕ ਪਹੁੰਚਾ ਦਿੱਤੀ ਹੈ। ਹਾਲਾਂਕਿ ਰੈਪੇਰੀਅਨ ਲਾਅ ਇਹ ਕਹਿੰਦਾ ਹੈ ਕਿ ਇਹ ਪਾਣੀ ਜਿਹੜਾ ਹੈ, ਇਹ ਦਰਿਆ ਜਿਹੜੇ ਨੇ, ਕਿਉਂਕਿ ਸਿਰਫ ਪੰਜਾਬ ਦੀ ਧਰਤੀ ਨੂੰ, ਪੰਜਾਬ ਦੀ ਵਸੋਂ ਨੂੰ ਜਦੋਂ ਇਹਨਾਂ 'ਚ ਹੜ੍ਹ ਆਉਂਦੇ ਨੇ ਇਹਨਾਂ ਨੂੰ ਮਾਰ ਕਰਦੇ ਨੇ, ਅਤੇ ਸਭ ਤੋਂ ਪਹਿਲਾ ਹੱਕ ਜਿਹੜਾ ਹੈ ਇਹਨਾਂ ਪਾਣੀਆਂ 'ਤੇ ਪੰਜਾਬ ਦਾ ਹੈ। ਬਾਕੀ ਦੇ ਸੂਬਿਆਂ ਦਾ ਇਸ 'ਤੇ ਕੋਈ ਹੱਕ ਨਹੀਂ ਹੈ। ਦਿਸ ਇਜ਼ ਐਜ਼ ਪਰ ਦਾ ਰਿਪੇਰੀਅਨ ਲਾਸ। ਲੇਕਿਨ ਫਿਰ ਵੀ ਜਿੰਨੇ ਪੋਲੀਟੀਸ਼ੀਅਨ, ਜਿੰਨੇ ਚੀਫ ਮਿਨਿਸਟਰ ਪੰਜਾਬ ਦੇ ਹੋਏ ਨੇ, ਉਹਨਾਂ ਨੇ ਵਨ ਵੇ ਔਰ ਦੀ ਅਦਰ, ਚਾਹੇ ਉਹ ਨਹਿਰਾਂ ਕੱਢ ਕੇ, ਚਾਹੇ ਇੱਥੋਂ ਬਿਜਲੀ ਦੇ ਕੇ, ਇਹ ਪਾਣੀ ਜਿਹੜਾ ਹੈ ਗੁਆਂਢੀ ਸੂਬਿਆਂ 'ਚ ਪਹੁੰਚਾਇਆ ਹੈ, ਰਾਜਸਥਾਨ ਪਹੁੰਚਾਇਆ ਹੈ, ਹਰਿਆਣੇ 'ਚ ਪਹੁੰਚਾਇਆ ਹੈ, ਦਿੱਲੀ ਪਹੁੰਚਾਇਆ ਹੈ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਪਾਣੀ ਜਿਹੜਾ ਹੈਗਾ ਰਾਦਰ ਉੱਥੇ ਜਾ ਕੇ ਕੋਈ ਬੈਨੀਫਿਟ ਦੇਣ ਦੀ ਬਜਾਏ ਇਸ ਦੀ ਵੇਸਟੇਜ ਬਹੁਤ ਜ਼ਿਆਦਾ ਹੋਈ ਆ, ਕਿਉਂਕਿ ਇੰਨੇ ਲੰਬੇ ਪੈਂਡਾ ਤੈਅ ਕਰਕੇ ਇਹ ਪਾਣੀ ਜਦੋਂ ਰਾਜਸਥਾਨ 'ਚ ਪਹੁੰਚਦਾ ਹੈ, ਇਹਦੇ ਵਿੱਚੋਂ ਆਲਮੋਸਟ 40% ਪਾਣੀ ਜਿਹੜਾ ਹੈਗਾ ਉਹ ਵੇਸਟ ਹੋ ਜਾਂਦਾ ਹੈ, ਇਵੈਪੋਰੇਟ ਹੋ ਜਾਂਦਾ ਹੈ। ਸਿਰਫ 55 ਤੋਂ ਲੈ ਕੇ 60% ਤੱਕ ਪਾਣੀ ਉੱਥੇ ਪਹੁੰਚਦਾ ਹੈ। ਸੋ ਜੇ ਇਹ ਸਾਰੇ ਦਾ ਸਾਰਾ ਪਾਣੀ ਪੰਜਾਬ ਦੇ ਵਿੱਚ ਪੰਜਾਬ ਦੀ ਇਰੀਗੇਸ਼ਨ ਵਾਸਤੇ ਯੂਜ਼ ਕੀਤਾ ਹੁੰਦਾ ਅਤੇ ਇੱਥੇ ਸਿਚੁਏਸ਼ਨ ਕੁਛ ਹੋਰ ਹੋਣੀ ਸੀ। ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਐਗਰੇਰੀਅਨ ਸਟੇਟ ਹੈ, ਐਗਰੀਕਲਚਰ ਵੇਸਟ ਸਟੇਟ ਹੈਗੇ ਆ। ਵੀ ਨੀਡ ਲੋਟ ਆਫ ਵਾਟਰ ਫਾਰ ਅਵਰ ਕ੍ਰੌਪਸ। ਅਤੇ ਆਪਾਂ ਕੀ ਕਰਦੇ ਹਾਂ ਕਿ ਜਿਹੜਾ ਸਾਡੇ ਪਾਣੀ ਦਾ ਵਾਟਰ ਟੇਬਲ ਹੈ ਉਹਦੇ ਵਿੱਚੋਂ ਆਰਟੀਫਿਸ਼ੀਅਲ ਤਰੀਕੇ ਦੇ ਨਾਲ ਕੋਈ 15 ਲੱਖ ਟਿਊਬਵੈੱਲ, ਸਮਰਸੀਬਲ ਪੰਪ ਲਾ ਕੇ ਅਸੀਂ ਫੋਰਸ ਦੇ ਨਾਲ ਥੱਲਿਓਂ ਪਾਣੀ ਕੱਢ ਰਹੇ ਹਾਂ ਅਤੇ ਆਪਣੀਆਂ ਫਸਲਾਂ ਨੂੰ ਲਾ ਰਹੇ ਹਾਂ। ਸੋ ਜਿਹਦੇ ਨਾਲ ਕੰਟੀਨਿਊਸਲੀ ਜਿਹੜਾ ਸਾਡਾ ਵਾਟਰ ਟੇਬਲ ਹੈ ਉਹ ਬਹੁਤ ਜ਼ਿਆਦਾ ਅਲਾਰਮਿੰਗ ਸਿਚੁਏਸ਼ਨ 'ਚ ਡਾਊਨ ਜਾ ਰਿਹਾ ਹੈ। ਇਸ ਬਾਰੇ ਕੋਈ ਪੋਲੀਟੀਸ਼ੀਅਨ ਨਹੀਂ ਸੋਚਦਾ ਹੈ। ਇੱਥੋਂ ਤੱਕ ਕਿ ਡਿਫਰੈਂਟ ਚੀਫ ਮਿਨਿਸਟਰ ਜਿਹੜੇ ਹੁਣ ਤੱਕ ਹੋਏ ਨੇ, ਐਕਸੈਪਟ ਕੈਪਟਨ ਅਮਰਿੰਦਰ ਸਿੰਘ ਜੀ, ਜਿਨ੍ਹਾਂ ਨੇ ਇਹ ਜਿਹੜਾ ਵਾਟਰ ਐਗਰੀਮੈਂਟ ਹੋਇਆ ਸੀਗਾ ਬਿਟਵੀਨ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉਸ ਨੂੰ ਖਤਮ ਕਰਨ ਵਾਸਤੇ 2004 ਦੇ ਵਿੱਚ ਇੱਕ ਬਿੱਲ ਲੈ ਕੇ ਆਏ ਨੇ ਔਰ ਉਹ ਬਿੱਲ ਪਾਸ ਕੀਤਾ ਹੈ ਔਨ ਦੀ ਫਲੋਰ ਆਫ ਦੀ ਹਾਊਸ। ਦੈਟ ਬਿੱਲ ਵਾਜ਼ ਟਰਮੀਨੇਸ਼ਨ ਆਫ ਐਗਰੀਮੈਂਟਸ, ਵਾਟਰ ਐਗਰੀਮੈਂਟਸ ਬਿਟਵੀਨ ਦੀ ਸਟੇਟਸ। ਲੇਕਿਨ ਕਿਉਂਕਿ ਬਿੱਲ ਨੂੰ ਐਕਟ ਬਣਾਉਣ ਵਾਸਤੇ ਇੱਕ ਬੜੀ ਲੰਬੀ ਪ੍ਰੋਸੈਸ ਹੈ,
ਜਦੋਂ ਤੱਕ ਪ੍ਰੈਜ਼ੀਡੈਂਟ ਆਫ ਇੰਡੀਆ ਇਸ ਨੂੰ ਸਾਈਨ ਨਹੀਂ ਕਰਦਾ ਹੈ, ਇਟ ਡਜ਼ਨਟ ਬਿਕਮ ਐਨ ਐਕਟ। ਤੋ ਇਸੇ ਹੀ ਕਰਕੇ ਇਹ ਪ੍ਰੋਬਲਮਸ ਆਉਂਦੀਆਂ ਰਹੀਆਂ ਨੇ ਕਿ ਉਹਨਾਂ ਦਾ ਕੈਪਟਨ ਸਾਹਿਬ ਦਾ ਪਾਸ ਕੀਤਾ ਹੋਇਆ ਬਿੱਲ ਜਿਹੜਾ ਹੈ ਉਹ ਐਕਟ ਦੀ ਫਾਰਮ 'ਚ ਨਹੀਂ ਆ ਸਕਿਆ, ਕਿਉਂਕਿ ਦੇਰ ਆਰ ਸੋ ਮੈਨੀ ਕੰਪਲਸ਼ਨਸ ਵਿਦ ਡਿਫਰੈਂਟ ਪ੍ਰਾਈਮ ਮਿਨਿਸਟਰਸ ਵਿਦ ਡਿਫਰੈਂਟ ਪੋਲੀਟੀਕਲ ਪਾਰਟੀਜ਼। ਅਤੇ ਮੈਂ ਇਸ ਚੀਜ਼ ਦੀ ਦਾਦ ਦਿੰਦਾ ਹਾਂ ਕੈਪਟਨ ਸਾਹਿਬ ਦੀ ਕਿ ਉਹਨਾਂ ਨੇ ਐਟਲੀਸਟ ਇਸ ਬਾਰੇ ਸੋਚਿਆ ਹੈ, ਅਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਖਿਤਾਬ ਦਿੱਤਾ ਗਿਆ ਸੀ ਪਾਣੀਆਂ ਦਾ ਰਾਖਾ ਦਾ ਖਿਤਾਬ ਦਿੱਤਾ ਗਿਆ ਸੀਗਾ। ਚਾਹੇ ਉਹ ਅਕਾਲੀਆਂ ਦੇ ਚੀਫ ਮਿਨਿਸਟਰ ਰਹੇ ਨੇ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਚਾਹੇ ਉਹ ਕਾਂਗਰਸ ਦੇ ਚੀਫ ਮਿਨਿਸਟਰ ਰਹੇ ਨੇ ਦਰਬਾਰਾ ਸਿੰਘ ਜੀ, ਗਿਆਨੀ ਜੈਲ ਸਿੰਘ ਜੀ, ਅਕਾਲੀਆਂ ਦੇ ਚੀਫ ਮਿਨਿਸਟਰ ਬਰਨਾਲਾ ਸਾਹਿਬ, ਇਹਨਾਂ ਸਭ ਨੇ ਸੈਂਟਰ ਗੌਰਮੈਂਟ ਨੂੰ ਖੁਸ਼ ਕਰਨ ਦੇ ਵਾਸਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪੰਜਾਬ ਦੇ ਪਾਣੀ ਦੀ ਲੁੱਟ, ਮੈਂ ਕਹੂੰਗਾ ਸਿੱਧੇ ਲਫ਼ਜ਼ਾਂ ਦੇ ਵਿੱਚ, ਕਰਵਾਈ ਹੈ। ਪੰਜਾਬ ਦੇ ਕੋਲ ਸਿਰਫ 52 ਮਿਲੀਅਨ ਏਕੜ ਫੁੱਟ ਪਾਣੀ ਸੀ, ਜਿਹਦੇ ਵਿੱਚੋਂ ਬਹੁਤਾ ਪਾਣੀ ਨਹਿਰਾਂ ਦੇ ਰਸਤੇ ਪੰਜਾਬ 'ਚੋਂ ਬਾਹਰ ਲੈ ਕੇ ਗਏ ਹੈ। ਅਤੇ ਪਾਣੀ ਦਾ ਕ੍ਰਾਈਸਿਸ ਹੁਣ ਇੰਨਾ ਜ਼ਿਆਦਾ ਸਾਡੇ ਕੋਲ ਆ ਗਿਆ ਹੈ। ਮੋਦੀ ਸਾਹਿਬ ਨੇ ਆਪਣੀ ਗਵਰਨਮੈਂਟ ਦੇ ਵਿੱਚ ਇੱਕ ਮਿਨਿਸਟਰੀ ਬਣਾਈ ਹੈ ਜਿਸ ਦਾ ਉਹਨਾਂ ਨੇ ਨਾਂ ਰੱਖਿਆ ਜਲ ਸ਼ਕਤੀ ਮਿਨਿਸਟਰੀ। ਅਤੇ ਹੁਣ ਕੈਪਟਨ ਸਾਹਿਬ ਨੇ ਆਪਣੇ ਪ੍ਰੈਜ਼ੈਂਟ ਟੈਨਿਓਰ ਦੇ ਵਿੱਚ ਵੀ ਇੱਕ ਆਲ ਪਾਰਟੀ ਮੀਟਿੰਗ ਕਰਕੇ ਜਿਹੜਾ ਵਾਟਰ ਦਾ ਪ੍ਰੋਬਲਮ ਹੈ, ਪਾਣੀ ਦਾ ਕ੍ਰਾਈਸਿਸ ਹੈ, ਉਸ ਨੂੰ ਹਾਈਲਾਈਟ ਕੀਤਾ ਹੈ। ਹੋਰ ਕਿਸੇ ਪੋਲੀਟੀਕਲ ਪਾਰਟੀ ਨੇ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਹੈ। ਸੋ ਹੁਣ ਆਉਣ ਵਾਲਾ ਸਮਾਂ ਜਿਹੜਾ ਬਹੁਤ ਕਰੂਸ਼ੀਅਲ ਆ ਰਿਹਾ ਹੈ, ਬਹੁਤ ਸਖਤ ਸਾਡੇ ਵਾਸਤੇ ਪ੍ਰੋਬਲਮਸ ਆਉਣੀਆਂ ਨੇ ਕਿ ਜਦੋਂ ਪਾਣੀ ਨਹੀਂ ਰਹੇਗਾ ਲਾਈਫ ਨਹੀਂ ਹੋਏਗੀ, ਜਦੋਂ ਲਾਈਫ ਨਹੀਂ ਰਹੇਗੀ ਲਾਈਫ ਇਫੈਕਟ ਹੋਏਗੀ, ਅਤੇ ਫਿਰ ਬਾਕੀ ਚੀਜ਼ਾਂ ਜਿਹੜੀਆਂ ਨੇ, ਪੋਲੀਟਿਕਸ ਹੈ, ਬਾਕੀ ਐਸ਼ੋ ਆਰਾਮ ਦੀਆਂ ਚੀਜ਼ਾਂ ਨੇ, ਉਹ ਕੋਈ ਮਾਇਨੇ ਨਹੀਂ ਰੱਖਦੀਆਂ ਹੈ। ਅਤੇ ਜੇ ਸਾਡੇ ਕੋਲ ਪਾਣੀ ਜਿਹੜਾ ਬੇਸਿਕ ਚੀਜ਼ ਹੈ ਉਹੀ ਖਤਮ ਹੋ ਗਿਆ। ਲੇਟੈਸਟ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵਰਲਡ ਬੈਂਕ ਦੀ ਰਾਦਰ ਇੱਕ ਰਿਪੋਰਟ ਆਈ ਹੈ ਕਿ ਇੰਡੀਆ ਦੇ ਵਿੱਚ 21 ਸਿਟੀਜ਼ ਐਸੇ ਨੇ ਜਿਨ੍ਹਾਂ ਦਾ ਵਾਟਰ ਟੇਬਲ ਅਲਾਰਮਿੰਗ ਸਿਚੁਏਸ਼ਨ ਦੇ ਵਿੱਚ ਡਾਊਨ ਚਲਾ ਗਿਆ ਹੈ। ਇਹਦੇ ਬਾਰੇ ਬੜਾ ਸੋਚਣ ਦੀ ਲੋੜ ਹੈ। ਉਸ 21 ਸਿਟੀਜ਼ ਦੇ ਵਿੱਚੋਂ 4 ਸਿਟੀ ਪੰਜਾਬ ਦੇ ਨੇ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ। ਇੱਥੇ ਵਾਟਰ ਟੇਬਲ ਇੰਨਾ ਡਾਊਨ ਜਾ ਚੁੱਕਿਆ ਹੈ ਕਿ ਜਿੰਨਾ ਮਰਜ਼ੀ ਆਪਾਂ ਆਪਣੇ ਸਮਰਸੀਬਲ ਦਾ ਪਾਈਪ ਡਾਊਨ ਕਰਦੇ ਜਾਈਏ, we will not be able to fetch that much amount of water for irrigation of our crops or even for ਪੀਣ ਵਾਸਤੇ ਵੀ। ਤੁਹਾਨੂੰ ਸਭ ਨੂੰ ਆਲਰੇਡੀ ਪਤਾ ਹੈ ਕਿ ਗਲੋਬ ਦੇ ਉੱਤੇ ਬਹੁਤ ਪਾਣੀ ਹੈ। 70% ਏਰੀਆ ਜਿਹੜਾ ਹੈਗਾ ਗਲੋਬ ਦਾ ਪਾਣੀ ਨਾਲ ਢੱਕਿਆ ਹੋਇਆ ਹੈ, ਲੇਕਿਨ ਉਹਦੇ ਵਿੱਚੋਂ ਜਿਹੜਾ ਫਰੈਸ਼ ਵਾਟਰ ਹੈ ਉਹ ਸਿਰਫ 2% ਹੈ। 68% ਪਾਣੀ ਜਿਹੜਾ ਉਹ ਖਾਰਾ ਪਾਣੀ ਹੈ, ਨਮਕੀਨ ਪਾਣੀ ਹੈ, ਉਹ ਸਾਡੇ ਕਿਸੇ ਕੰਮ ਦਾ ਨਹੀਂ ਹੈ। We cannot use it for irrigation, we cannot use it for drinking purposes, it's not potable। ਸਿਰਫ 2% ਫਰੈਸ਼ ਵਾਟਰ ਹੈ, ਉਹਦੇ ਵਿੱਚੋਂ ਵੀ ਬਹੁਤਾ ਜ਼ਿਆਦਾ ਪਾਣੀ ਜਿਹੜਾ ਹੈਗਾ ਉਹ ਫਰੋਜ਼ਨ ਫਾਰਮ ਦੇ ਵਿੱਚ ਹੈ, ਗਲੇਸ਼ੀਅਰ ਨੇ, ਆਈਸ ਕੈਪਸ ਨੇ, ਪੋਲਰ ਆਈਸ ਕੈਪਸ ਨੇ। ਤਾਂ ਸਿਰਫ 0.0001% ਪਾਣੀ ਜਿਹੜਾ ਹੈ ਉਸ ਤੱਕ ਸਾਡੀ ਐਕਸੈਸ ਹੈ। ਅਤੇ ਇਹ ਮੈਂ ਵਰਲਡ ਲੈਵਲ ਦੀ ਗੱਲ ਕਰ ਰਿਹਾ, ਨਾਟ ਆਫ ਇੰਡੀਆ, ਨਾਟ ਆਫ ਪੰਜਾਬ। ਤਾਂ ਉਹਦੇ ਵਿੱਚੋਂ ਪੰਜਾਬ ਦੇ ਹਿੱਸੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੁ ਪਾਣੀ ਆਉਂਦਾ ਹੈ। ਤਾਂ ਜਿਹੜਾ ਅਸੀਂ ਆਪਣੇ ਪਾਣੀ ਦੀ ਲੁੱਟ ਕਰਵਾ ਰਹੇ ਹਾਂ, ਪੋਲੀਟੀਸ਼ੀਅਨਸ ਆਪਣੇ ਪਰਸਨਲ ਫਾਇਦਿਆਂ ਕਰਕੇ, ਕੋਈ ਸੈਂਟਰ ਗੌਰਮੈਂਟ ਤੋਂ ਅੰਦਰ ਖਾਤੇ ਬੜੇ ਪ੍ਰਾਈਮ ਲੈਂਡ ਗੁੜਗਾਵਾਂ ਦੇ ਵਿੱਚ ਲੈ ਰਹੇ ਨੇ, ਕੋਈ ਨਗਦ ਪੈਸੇ ਲੈ ਰਹੇ ਨੇ। ਤਾਂ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਆਪਾਂ ਨੂੰ ਦਾਦ ਦੇਣੀ ਪਏਗੀ ਕਿ ਉਹਨਾਂ ਨੇ ਆਪਣੀ ਪਹਿਲੀ ਮਿਨਿਸਟਰੀ ਜਦੋਂ ਸੀਗੀ, ਪਹਿਲੀ ਟੈਨਿਓਰ ਸੀਗੀ, 2004 ਦੇ ਵਿੱਚ ਇੱਕ ਬਿੱਲ ਪਾਸ ਕੀਤਾ ਸੀ ਜਿਹੜਾ ਕਿ ਸਮਹਾਉ ਐਕਟ ਨਹੀਂ ਬਣ ਸਕਿਆ। ਅਤੇ ਹੁਣ ਆਪਣੀ ਪ੍ਰੈਜ਼ੈਂਟ ਜਿਹੜੀ ਉਹਨਾਂ ਦੀ ਹੁਣੇ ਟੈਨਿਓਰ ਜਿਹੜਾ ਖਤਮ ਹੋਇਆ ਹੈ ਸੈਪਟੈਂਬਰ ਦੇ ਵਿੱਚ, ਉਹਦੇ ਵਿੱਚ ਵੀ ਉਹਨਾਂ ਨੇ ਕਈ ਵਾਰ ਆਲ ਪਾਰਟੀ ਮੀਟਿੰਗਸ ਕਰਕੇ ਇਹਦੇ ਬਾਰੇ
ਆਪਣਾ ਕੰਸਰਨ ਸ਼ੋ ਕੀਤਾ ਹੈ ਤੇ ਡਿਫਰੈਂਟ ਮੇਜਰਸ ਲੈਣ ਵਾਸਤੇ ਉਪਰਾਲੇ ਕੀਤੇ ਨੇ। ਤੇ ਮੋਦੀ ਸਾਹਿਬ ਦਾ ਵੀ ਜਿੱਥੋਂ ਤੱਕ ਮੈਂ ਕਹਿ ਸਕਦਾ ਹਾਂ ਕਿ ਹੀ ਇਜ਼ ਵੈਰੀ ਸੀਰੀਅਸ ਅਬਾਊਟ ਵਾਟਰ ਪ੍ਰੋਬਲਮਸ। ਉਹਨਾਂ ਨੇ ਇੱਕ ਸਪੈਸ਼ਲ ਮਿਨਿਸਟਰੀ ਕ੍ਰੀਏਟ ਕੀਤੀ ਹੈ ਜਿਸ ਦਾ ਨਾਮ ਹੈ ਜਲ ਸ਼ਕਤੀ ਮਿਨਿਸਟਰੀ, ਜਿਹੜੀ ਕਿ ਡਿਫਰੈਂਟ ਮੇਜਰ ਸੁਜੈਸਟ ਕਰੇਗੀ ਕਿ ਕਿਵੇਂ ਆਪਾਂ ਪਾਣੀ ਜਿਹੜਾ ਹੈਗਾ ਆਪਣਾ ਵਾਟਰ ਟੇਬਲ ਵਧਾ ਸਕਦੇ ਹਾਂ। ਸੋ ਪੰਜਾਬ ਨੂੰ ਬੜੀ ਸਖਤ ਲੋੜ ਹੈ ਸੈਂਟਰ ਦੇ ਨਾਲ ਮਿਲ ਕੇ ਚੱਲਣ ਦੀ, ਇਸ ਤਰ੍ਹਾਂ ਦੇ ਪ੍ਰੋਜੈਕਟ ਲਾਉਣ ਦੀ, ਇਸ ਤਰ੍ਹਾਂ ਦੇ ਮੇਜਰਸ ਲੈਣ ਦੀ, ਇਨਵਾਇਰਨਮੈਂਟ ਨੂੰ ਕੰਜ਼ਰਵੇਸ਼ਨ ਵਾਸਤੇ ਸਟੈਪਸ ਲੈਣ ਦੀ। ਇਹ ਤਾਂ ਹੀ ਪੋਸੀਬਲ ਹੋਏਗਾ ਜੇ ਅਸੀਂ ਪੰਜਾਬ ਦੇ ਵਿੱਚ ਡਬਲ ਇੰਜਨ ਸਰਕਾਰ ਬਣਾਵਾਂਗੇ। ਸਾਡੇ ਕੋਲ ਬਹੁਤ ਸੂਝਵਾਨ, ਸਾਡਾ ਗੱਠਜੋੜ ਹੈ, ਬਹੁਤ ਸੂਝਵਾਨ ਲੀਡਰ ਨੇ। ਢੀਂਡਸਾ ਸਾਹਿਬ ਵਰਗੇ ਕੋਰ ਟੂ ਦਾ ਹਾਰਟ ਅਕਾਲੀ ਸਾਡੇ ਕੋਲ ਨੇ, ਕੈਪਟਨ ਸਾਹਿਬ ਵਰਗੇ ਜਿਹੜੇ ਕਿ ਬਹੁਤ ਸੂਝਵਾਨ ਸੀਜ਼ਨਡ ਪੋਲੀਟੀਸ਼ੀਅਨ ਨੇ ਤੇ ਕਰੰਟ ਅਫੇਅਰਸ ਬਾਰੇ ਬਹੁਤ ਨੌਲੇਜ ਰੱਖਦੇ ਨੇ ਤੇ ਬੜਾ ਕੰਸਰਨ ਫੀਲ ਕਰਦੇ ਨੇ। ਤੇ ਸੈਂਟਰ 'ਚ ਸਾਡੀ ਭਾਈਵਾਲ ਸਰਕਾਰ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਪੰਜਾਬ ਦੇ ਵਿੱਚ, ਭਾਰਤੀ ਜਨਤਾ ਪਾਰਟੀ। ਸੋ ਪੰਜਾਬ 'ਚ ਇਸ ਗੱਠਜੋੜ ਦੀ ਸਰਕਾਰ ਬਣਨ ਦੇ ਨਾਲ ਸਾਨੂੰ ਮਲਟੀਫੇਰੀਅਸ ਫਾਇਦਾ ਹੋਏਗਾ। ਸਾਡਾ ਵਾਤਾਵਰਣ ਨੂੰ ਸਫਾਈ ਵਾਸਤੇ ਅਸੀਂ ਡਿਫਰੈਂਟ ਪ੍ਰੋਜੈਕਟਸ ਪੰਜਾਬ ਜਿਹੜਾ ਹੈਗਾ ਸੈਂਟਰ ਦੇ ਨਾਲ ਸ਼ੇਅਰ ਕਰਕੇ, ਡਿਸਕਸ ਕਰਕੇ ਬਣਾ ਸਕਦੇ ਹਾਂ। ਸਾਡੇ ਕੋਲ ਇੰਡਸਟਰੀ ਆਏਗੀ, ਸਾਨੂੰ ਸਪੈਸ਼ਲ ਸਟੇਟਸ ਬੀਇੰਗ ਏ ਬਾਰਡਰ ਸਟੇਟ ਮਿਲ ਜਾਏਗਾ, ਜਿਹਦੇ ਨਾਲ ਇੰਡਸਟਰੀਅਲਿਸਟ ਦਾ ਟੈਕਸ ਜਿਹੜਾ ਹੈਗਾ ਆਲਮੋਸਟ ਮਾਫ ਹੋ ਜਾਏਗਾ ਤੇ ਸਾਰੇ ਦੇ ਸਾਰੇ ਇੰਡਸਟਰੀਅਲਿਸਟ ਆਪਣੇ ਯੂਨਿਟ ਜਿਹੜੇ ਪੰਜਾਬ ਚਲਾਉਣਾ ਪਸੰਦ ਕਰਨਗੇ। ਉਹਦੇ ਨਾਲ ਬਹੁਤ ਜ਼ਿਆਦਾ ਜਿਹੜੀ ਹੈਗੀ ਐਮਪਲੋਇਮੈਂਟ ਜਨਰੇਟ ਹੋਏਗੀ ਤੇ ਸਾਡੇ ਜਿਹੜੇ ਯੂਥ ਜਿਹੜੀ ਹੈ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਉਹ ਆਪਣਾ ਜਿਹੜਾ ਹੈਗਾ ਕੀਮਤੀ ਸਮਾਂ ਜਿਹੜਾ ਨੌਕਰੀ 'ਚ ਲਾਉਣਗੇ, ਨਾ ਕਿ ਡਰੱਗਸ ਵੱਲ ਨੂੰ ਉਹਨਾਂ ਦਾ ਧਿਆਨ ਜਾਏਗਾ। ਕਿਉਂਕਿ ਵਿਹਲਾ ਦਿਮਾਗ ਜਿਹੜਾ ਹੈ ਡਰੱਗਸ ਬਾਰੇ ਜਾਂ ਹੋਰ ਕਿਸੇ ਅਨਵਾਂਟਡ ਐਕਸ਼ਨ ਬਾਰੇ ਉਹੀ ਸੋਚਦਾ ਹੈ ਤੇ ਉਹ ਬਾਹਰ ਨਹੀਂ ਜਾਣਗੇ, ਆਪਣਾ ਸੂਬਾ ਛੱਡ ਕੇ ਆਪਣੀਆਂ ਜ਼ਮੀਨਾਂ ਬਚਾ ਕੇ ਰੱਖਣਗੇ। ਸੋ ਵਨਸ ਮੋਰ ਆਈ ਵੁੱਡ ਲਾਈਕ ਟੂ ਸੇ ਕਿ ਪਲੀਜ਼ ਵੋਟ ਫॉर ਇਸ ਗੱਠਜੋੜ ਵਾਸਤੇ ਵੋਟ ਪਾਓ 20 ਤਰੀਕ ਨੂੰ ਤੇ ਵੱਧ ਤੋਂ ਵੱਧ ਸੀਟਾਂ ਆਉਣ ਤੇ ਅਸੀਂ ਇੱਕ ਸਰਕਾਰ ਬਣਾਉਣ ਦੇ ਕੈਪੇਬਲ ਹੋਈ ਹੈ। ਥੈਂਕ ਯੂ ਵੈਰੀ ਮੱਚ।